15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਤੇ ਪਾਕਿਸਤਾਨ ਨਾਮ ਦੇ ਦੇਸ਼ ਦਾ ਜਨਮ ਹੋਇਆ। ਦੁਨੀਆ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਸੀ ਹੋਇਆ ਕਿ ਲੱਖਾਂ ਦੇ ਕਰੀਬ ਲੋਕ ਇੱਕ ਥਾਂ ਛੱਡ ਕੇ ਦੂਸਰੀ ਥਾਂ ਚਲੇ ਗਏ ਹੋਣ। ਇਹ ਕਿਹਾ ਜਾਂਦਾ ਹੈ ਕਿ ਲਗਭਗ 14 ਮਿਲੀਅਨ ਲੋਕ ਇੱਕ ਥਾਂ ਤੋਂ ਦੂਸਰੀ ਥਾਂ ਗਏ ਸਨ। ਇਸ ਤੋਂ ਬਾਅਦ ਭਾਰਤ ਦੇ ਇਤਿਹਾਸ ਦੇ ਕਾਲੇ ਦੌਰ ਦਾ ਸਭ ਤੋਂ ਮਾੜਾ ਨਿਸ਼ਾਨ ਭਾਵ ਹਿੰਦੂ ਮੁਸਲਮਾਨ ਅਤੇ ਸਿੱਖਾਂ ਵਿੱਚ ਸੰਪਰਦਾਇਕ ਦੰਗੇ ਸ਼ੁਰੂ ਹੋ ਗਏ। ਲੱਖਾਂ ਲੋਕ ਮਾਰ ਦਿੱਤੇ ਗਏ ਅਤੇ ਲੱਖਾਂ ਹੀ ਔਰਤਾਂ ਨਾਲ ਰੇਪ ਕੀਤੇ ਗਏ। ਸਾਦਤ ਹਸਨ ਮੰਟੋ ਨੂੰ ਇਸ ਦਰਦ ਨੇ ਛਿੱਲ ਕੇ ਰੱਖ ਦਿੱਤਾ। ਉਹ ਆਪਣੀਆਂ ਅੱਖਾਂ ਸਾਹਮਣੇ ਬੰਬੇ ਨੂੰ ਜਲਦਾ ਦੇਖ ਨਾ ਸਕਿਆ। ਥੋੜ੍ਹੇ ਸਮੇਂ ਬਾਅਦ ਉਹਨਾਂ ਨੂੰ ਬੰਬੇ ਟਾਕੀਜ਼ ਵਿੱਚੋਂ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਦਾ ਮੁੱਖ ਕਾਰਨ ਸੀ ਕਿ ਉਹ ਮੁਸਲਮਾਨ ਸੀ। 11 ਮਈ 1912 ਨੂੰ ਪੰਜਾਬ ਦੇ ਜ਼ਿਲ੍ਹਾ ਲੁਧਿਆਣੇ ਦੇ ਕੋਲ ਸਮਰਾਲੇ ਵਿੱਚ ਜਨਮੇ ਮੰਟੋ ਦੀ 18 ਫਰਵਰੀ 1955 ਨੂੰ ਮੌਤ ਹੋ ਗਈ। ਮੰਟੋ ਆਪਣੇ ਸਮਿਆਂ ਦਾ ਇੱਕ ਵਿਵਾਦਿਤ ਲੇਖਕ ਸੀ। ਉਸ ਦੀਆਂ ਲਿਖਤਾਂ ਉਸ ਦੇ ਸਮੇਂ ਦਾ ਸ਼ੀਸ਼ਾ ਹਨ। ਟੋਬਾ ਟੇਕ ਸਿੰਘ, ਖੋਲ ਦੋ, ਕਾਲੀ ਸਲਵਾਰ, ਉਸਕਾ ਪਤੀ, ਠੰਡਾ ਗੋਸ਼ਤ ਅਤੇ ਹੋਰ ਬਹੁਤ ਸਾਰੀਆਂ ਕਹਾਣੀਆਂ ਸਾਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਕਰਦੀਆਂ ਹਨ। ਉਹ ਪਿੰਪਸ, ਗੈਂਗਸਟਰਸ, ਸੈਲਨ ਮੈਡਮਸ ਅਤੇ ਪ੍ਰੋਸਟੀਟਿਊਟਸ ਦੀਆਂ ਜ਼ਿੰਦਗੀਆਂ ਦੇ ਉਹ ਪਹਿਲੂ ਸਾਹਮਣੇ ਲਿਆਉਂਦਾ ਹੈ ਜੋ ਆਮ ਅੱਖ ਨਹੀਂ ਦੇਖ ਪਾਉਂਦੀ। ਨੰਦਿਤਾ ਦਾਸ ਇੱਕ ਥਾਂ 'ਤੇ ਲਿਖਦੇ ਹਨ, ਮੰਟੋ's empathy was very deep for those that exist on the margin of society, especially for women and sex workers, and no one in India was writing about that at that time. Midnight's Children ਦੇ ਲੇਖਕ ਸਲਮਾਨ ਰੁਸ਼ਦੀ ਕਹਿੰਦੇ ਹਨ, there are few writers who straddle both in India and Pakistan as he does and who engage with the deepest problems of both countries. ਸਲਮਾਨ ਰੁਸ਼ਦੀ ਬੰਬੇ ਨੂੰ ਮੰਟੋ ਦੀ ਪ੍ਰੇਰਨਾ ਮੰਨਦਾ ਹੈ। ਮੰਟੋ ਨੇ ਰਸ਼ੀਆ, ਫ੍ਰੈਂਚ ਅਤੇ ਇੰਗਲਿਸ਼ ਦੀਆਂ ਛੋਟੀਆਂ ਕਹਾਣੀਆਂ ਦੀ ਉਰਦੂ ਵਿੱਚ ਅਨੁਵਾਦ ਕੀਤਾ ਅਤੇ ਇਹ ਸਭ ਕਰਦੇ ਕਰਦੇ ਉਹ ਖੁਦ ਵੀ ਸ਼ਾਰਟ ਸਟੋਰੀ ਲਿਖਣ ਵਿੱਚ ਮੁਹਾਰਤ ਹਾਸਲ ਕਰ ਗਿਆ। ਇਤਿਹਾਸਕਾਰ ਆਇਸ਼ਾ ਜਲਾ ਆਪਣੀ ਕਿਤਾਬ ਦ ਪਿਟੀ ਆਫ ਪਾਰਟੀਸ਼ਨ ਵਿੱਚ ਲਿਖਦੇ ਹਨ, whether he was writing about prostitutes, pimps or criminals, Manto wanted to impress upon his readers that these disreputable people were also human, much more than those who cloaked their failing in a thick veil of hypocrisy. ਮੰਟੋ ਦੀਆਂ ਕਹਾਣੀਆਂ ਉੱਪਰ ਅਸ਼ਲੀਲ ਹੋਣ ਦਾ ਵੀ ਦੋਸ਼ ਲੱਗਦਾ ਰਿਹਾ। ਉਸ ਦੀ ਇੱਕ ਕਹਾਣੀ ਬੂ, ਜਿਸ ਵਿੱਚ ਇੱਕ ਅਮੀਰ ਆਦਮੀ ਇੱਕ ਵੇਸਵਾ ਕੋਲ ਜਾਂਦਾ ਹੈ ਅਤੇ ਉਸ ਦੀ ਸਮੈਲ ਤੋਂ ਮੋਹਿਆ ਜਾਂਦਾ ਹੈ, ਇਹ ਵੀ ਵਿਵਾਦਾਂ ਵਿੱਚ ਰਹੀ। ਉਸਨੇ ਨੰਗਾ ਸੱਚ ਲਿਖਣ ਦੀ ਕੋਸ਼ਿਸ਼ ਕੀਤੀ। ਠੰਡਾ ਗੋਸ਼ਤ ਵਿੱਚ ਇੱਕ ਸਿੱਖ ਆਦਮੀ ਆਪਣੀ ਘਰਵਾਲੀ ਕੋਲ ਇੱਕ ਗੁਨਾਹ ਕਬੂਲ ਕਰਦਾ ਹੈ ਕਿ ਉਸਨੇ ਇੱਕ ਲਾਸ਼ ਨਾਲ ਸਰੀਰਕ ਸੰਬੰਧ ਬਣੇ ਹਨ, ਤਾਂ ਉਹ ਔਰਤ ਆਪਣੇ ਪਤੀ ਦੇ ਕਤਲ ਕਰ ਦਿੰਦੀ ਹੈ। ਮੁਹੰਮਦ ਹਨੀਫ ਲਿਖਦੇ ਹਨ, reading Manto made you realize that literature did not always have to conform. It doesn't always have to tell polite stories. ਮੰਟੋ ਅੱਜ ਦੇ ਸਮਿਆਂ ਵਿੱਚ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਭਾਰਤ, ਪਾਕਿਸਤਾਨ ਅਤੇ ਸੰਸਾਰ ਦੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਪੱਤਰਕਾਰਾਂ ਦੇ ਸੱਚ ਬੋਲਣ ਉੱਪਰ ਕਤਲ ਕਰ ਦਿੱਤੇ ਜਾਂਦੇ ਹਨ। ਬਹੁਤ ਸਾਰੀਆਂ ਕਿਤਾਬਾਂ ਉੱਪਰ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਹਨ। ਮੰਟੋ ਦੀ ਕੁੜੀ ਨੁਸਰਤ ਕਹਿੰਦੀ ਹੈ, times are tougher than they were in his time and we are now more intolerant as a nation. ਦੁਨੀਆ ਵਿੱਚ ਫੈਲ ਰਹੇ ਖੇਤਰੀਵਾਦ, ਧਾਰਮਿਕ ਕੱਟੜਤਾ ਅਤੇ ਦਿਖਾਵੇ ਦੀ ਦੇਸ਼ ਭਗਤੀ ਲਈ ਮੰਟੋ ਇੱਕ ਵੰਗਾਰ ਹੈ। ਉਸ ਦੀਆਂ ਕਹਾਣੀਆਂ ਦੀ ਪਾਤਰ ਅੱਜ ਕੱਲ੍ਹ ਵੀ ਸੜਕਾਂ ਉੱਪਰ ਪ੍ਰਵਾਸੀ ਮਜ਼ਦੂਰਾਂ ਦੇ ਰੂਪ ਵਿੱਚ ਰੁਲ ਰਹੇ ਹਨ। ਧੰਨਵਾਦ।